ਹੈਲੋ एवरीवन। सो ਮੈਨੂੰ ਵੀਡੀਓਜ਼ ਉੱਪਰ ਬਹੁਤ ਸਾਰੇ ਕਮੈਂਟਸ ਆਉਂਦੇ ਆ। ਸੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਉੱਤੇ ਇੱਕ ਵੀਡੀਓ ਬਣਾਈ ਦੇਵਾਂ, ਪਰ ਕੁਝ ਇਹੋ ਜਿਹੇ ਕਮੈਂਟਸ ਹੁੰਦੇ ਜਿਨ੍ਹਾਂ ਉੱਤੇ ਵੀਡੀਓ ਬਣਾਈ ਨਹੀਂ ਜਾ ਸਕਦੀ ਬਿਕੋਜ਼ ਉਹਨਾਂ ਦੇ ਆਨਸਰਸ ਬਹੁਤ ਸ਼ਾਰਟ ਹੁੰਦੇ। ਸੋ ਅੱਜ ਮੈਂ ਸੋਚਿਆ ਉਹਨਾਂ ਕਮੈਂਟਸ ਦੇ ਜਵਾਬ ਦੇ ਦਈਏ, ਸ਼ਾਇਦ ਤੁਹਾਡੇ ਲਈ ਮਦਦਗਾਰ ਹੋਵੇ। ਛੋਟੀ ਛੋਟੀ ਟਿਪਸ ਹੋਣਗੀਆਂ। ਜਿਵੇਂ ਮੁਹੰਮਦ ਜੀ ਦਾ ਇੱਕ ਆਪਣੇ ਕੋਲ ਕਮੈਂਟ ਇੱਥੇ ਕਿ ਬਿਕੋਜ਼ ਵਟ ਵਾਸ ਦ ਬੈਸਟ ਅਲਟਰਨੇਟਿਵ। ਸੋ ਇਹਦੇ ਚੋਂ ਪੁੱਛਦੇ ਪਏ ਕਿ ਬਿਕੋਜ਼ ਦੇ ਬੈਸਟ ਅਲਟਰਨੇਟਿਵ ਕੀ ਹੋ ਸਕਦੇ ਆ। ਮੈਂ ਬਿਕੋਜ਼ ਦੀ ਜਗ੍ਹਾ ਤੇ ਤਿੰਨ ਜਿਹੜੇ ਕਨੈਕਟਰਸ ਬਹੁਤ ਜ਼ਿਆਦਾ ਯੂਜ਼ ਕਰਦਾ ਵਾਂ। ਇੱਕ ਵਾ ਫॉर, ਇੱਕ ਵਾ ਸਿੰਸ ਤੇ ਇੱਕ ਵਾ ਕੰਸੀਡਰਿੰਗ। ਐਜ਼ ਵੀ ਯੂਜ਼ ਕੀਤਾ ਜਾ ਸਕਦਾ ਵਾ ਬਿਕੋਜ਼ ਦੀ ਜਗ੍ਹਾ ਤੇ। ਮੈਨੂੰ ਫॉर ਜਿਹੜਾ ਵਾ ਉਹ ਸਭ ਤੋਂ ਵਧੀਆ ਲੱਗਦਾ ਵਾ ਯੂਜ਼ ਕਰਨਾ। ਜਿਵੇਂ ਆਪਾਂ ਕਹੀਏ ਕਿ ਹੀ ਇਜ਼ ਸਮਾਰਟ ਬਿਕੋਜ਼ ਹੀ ਵਰਕਸ ਹਾਰਡ, ਆਪਾਂ ਕਹਿੰਦੇ ਹੀ ਇਜ਼ ਸਮਾਰਟ ਫॉर ਹੀ ਵਰਕਸ ਹਾਰਡ। सो इतने मेरे को एक और कमेंट है, सर BP1 और BP2 के बेस्ट स्टार्टर बता दें फॉर एग्जांपल टू बिगिन विद ऑल टाइप्स ऑफ एसेस के लिए। सो इतने मैं एक अनाउंसमेंट करना चाहता वा, आई होप यू वुड लाइक दिस, कि मैं ऑनलाइन सैशन शुरू करने लगा वा। सो 17 अप्रैल तो ऑनलाइन सैशन शुरू हो गए। तो जे तुसीं उनका डैमो क्लास लगाना चाहते तो सैटरडे ਨੂੰ ਉਸਦੀ ਇੱਕ ਡੈਮੋ ਕਲਾਸ ਮੈਂ ਆਰਗੇਨਾਈਜ਼ ਕਰੂੰਗਾ। ਸੋ ਜਿਹੜੇ ਵੀ ਲੋਕ ਜਿਹੜਾ ਵਾ ਇੰਟਰਸਟਿਡ ਆ ਉਹਨੂੰ ਜੁਆਇਨ ਕਰਨਾ ਚਾਹੁੰਦੇ ਆ, ਤੁਸੀਂ ਮੈਨੂੰ WhatsApp ਕਰ ਸਕਦੇ ਜੇ ਇਸ ਨੰਬਰ ਦੇ ਉੱਤੇ। ਇਹਦੇ ਵਿੱਚ ਆਪਾਂ ਇੱਕ ਸੈਟਰਡੇ ਨੂੰ ਡੈਮੋ ਕਲਾਸ ਲਗਾਵਾਂਗੇ ਤੇ ਜੇ ਤੁਹਾਨੂੰ ਉਹ ਡੈਮੋ ਕਲਾਸ ਪਸੰਦ ਆਊਗੀ ਦੈਟ ਇਜ਼ ਫ੍ਰੀ ਆਫ ਕਾਸਟ। ਜੇ ਤੁਹਾਨੂੰ ਡੈਮੋ ਕਲਾਸ ਪਸੰਦ ਆਊਗੀ ਤਾਂ ਤੁਸੀਂ ਆਪਣੇ ਆਨਲਾਈਨ ਸੈਸ਼ਨਸ ਜੁਆਇਨ ਕਰ ਸਕਦੇ ਜੀ। ਰੀਜ਼ਨ ਇਸ ਕਿ ਹਰ ਇੱਕ ਇਨਫੋਰਮੇਸ਼ਨ ਵੀ ਮੈਂ YouTube ਉੱਤੇ ਪ੍ਰੋਵਾਈਡ ਨਹੀਂ ਕਰ ਸਕਦਾ, ਕੁਛ ਨਾ ਕੁਛ ਤੇ ਐਕਸਕਲੂਸਿਵ ਰੱਖਣਾ ਹੀ ਪੈਂਦਾ ਨਾ, ਆਫ ਕੋਰਸ। ਆਈ ਹੋਪ ਯੂ ਅੰਡਰਸਟੈਂਡ। ਇਸ ਇਹ ਕਮੈਂਟ ਬਹੁਤ ਜ਼ਰੂਰੀ ਹੈ। ਸਰ ਜੇ ਕੋਈ ਰਾਈਟਿੰਗ ਟਾਸਕ 1 ਚ ਈਅਰ ਗਿਵਨ ਨਾ ਹੋਵੇ ਤੇ ਨਾ ਹੀ ਪਾਸਟ ਵਰਬ ਕੋਈ ਯੂਜ਼ ਹੋਵੇ ਤਾਂ ਉਹ ਟਾਸਕ ਦਾ ਓਵਰਆਲ ਤੇ ਬੀਪੀ ਆਪਾਂ ਕਿਹੜੇ ਟੈਂਸ 'ਚ ਲਿਖਾਂਗੇ। ਜਿੱਦਾਂ 25 ਮਾਰਚ ਈਵਨਿੰਗ ਸਲੋਟ ਵਾਲਾ ਕੁਐਸਚਨ ਸੀ, ਦ ਚਾਰਟ ਬਿਲੋ ਸ਼ੋਜ਼ ਦ ਪ੍ਰੋਟੀਨ ਐਂਡ ਕੈਲੋਰੀ ਇਨਟੇਕ ਆਫ ਪੀਪਲ ਇਨ ਡਿਫਰੈਂਟ ਪਾਰਟਸ ਆਫ ਦ ਵਰਲਡ, ਕੰਪੇਅਰ ਐਂਡ ਕੰਟਰਾਸਟ। ਸੋ ਬੇਸਿਕਲੀ ਚਾਰਟ ਦਾ ਕਿਹੜੇ ਟੈਂਸ ਵਿੱਚ ਲਿਖਿਆ ਜਾਊਗਾ ਇਹ ਹੁੰਦੇ ਈਅਰਸ ਤੋਂ ਪਤਾ ਲੱਗੂਗਾ। ਸੋ ਜੇ ਤੁਹਾਡੇ ਕੋਲ ਪਾਸਟ ਦੇ ਈਅਰਸ ਆਊਗੇ ਤੇ ਉਹ ਪਾਸਟ ਵਿੱਚ ਲਿਖਿਆ ਜਾਊਗਾ। ਜੇ ਉਹਦੇ ਵਿੱਚ ਫਿਊਚਰ ਦਾ ਈਅਰ ਆ ਗਿਆ, ਜਿਵੇਂ ਮੰਨ ਲਓ 2050 ਤੇ ਉਹ ਫਿਊਚਰ 'ਚ ਲਿਖਿਆ ਜਾਊਗਾ। ਪਰ ਜੇ ਕਿਸੇ ਚਾਰਟ ਦੇ ਵਿੱਚ ਕੋਈ ਈਅਰ ਨਹੀਂ ਹੈਗਾ ਤੇ ਉਹਨੂੰ ਆਪਾਂ ਪ੍ਰੈਜ਼ੈਂਟ ਦੇ ਵਿੱਚ ਲਿਖਾਂਗੇ। ਇਸੇ ਦੇ ਨਾਲ ਇੱਕ ਹੋਰ ਕਮੈਂਟ ਆ, ਮੈਨੂੰ ਮਿਲਿਆ ਨਹੀਂ ਉਹ ਕਮੈਂਟ ਬਹੁਤ ਵਧੀਆ ਸੀ। ਹੁੰਦੇ ਸੀ ਕਿ ਸਰਵੇ ਜਿਹੜਾ ਵਾ ਉਹ ਪਾਸਟ ਵਿੱਚ ਲਿਖਿਆ ਜਾਊਗਾ ਕਿ ਪ੍ਰੈਜ਼ੈਂਟ 'ਚ ਲਿਖਿਆ ਜਾਊਗਾ। ਸੋ ਬੜੇ ਧਿਆਨ ਨਾਲ ਸਮਝਿਓ। ਜੇ ਕੋਈ ਸਰਵੇ, ਜਿਵੇਂ ਮੰਨ ਲਓ ਕਿ ਇੰਡੀਆ ਦੀ ਪੋਪੂਲੇਸ਼ਨ ਦਾ ਸਰਵੇ ਹੋਇਆ, ਸੋ ਇੰਡੀਆ ਦੀ ਪੋਪੂਲੇਸ਼ਨ ਦਾ ਸਰਵੇ ਹੋ ਚੁੱਕਾ ਵਾ, ਪਰ ਆਪਾਂ ਫਿਰ ਵੀ ਕਹਿੰਦੇ ਆ ਕਿ ਇੰਡੀਆ ਦੀ ਪੋਪੂਲੇਸ਼ਨ ਇੰਨੇ ਕਰੋੜ ਵਾ। ਸਰਵੇਜ਼ ਨੂੰ ਹਮੇਸ਼ਾ ਪ੍ਰੈਜ਼ੈਂਟ 'ਚ ਲਿਖਿਆ ਜਾਊਗਾ। ਸਰਵੇ ਪਾਸਟ ਵਿੱਚ ਸਿਰਫ ਤਾਂ ਹੀ ਲਿਖਿਆ ਜਾਊਗਾ ਜੇ ਉਹਨੂੰ ਸੁਪਰਸੀਡ ਕਰਨ ਲਈ ਇੱਕ ਸਰਵੇ ਆ ਚੁੱਕਿਆ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵਾਂ। ਮੰਨ ਲਓ ਕਿ ਇੱਕ ਸਰਵੇ 2015 ਦੇ ਵਿੱਚ ਹੋਇਆ ਤੇ ਇੱਕ ਸਰਵੇ 2020 ਦੇ ਵਿੱਚ ਹੋਇਆ, ਤੇ 2020 ਤੋਂ ਬਾਅਦ ਉਸ ਚੀਜ਼ ਬਾਰੇ ਕੋਈ ਸਰਵੇ ਨਹੀਂ ਹੋਇਆ, ਪੋਪੂਲੇਸ਼ਨ ਉੱਤੇ ਸਰਵੇ। ਤੇ 2020 ਵਾਲਾ ਸਰਵੇ ਜਿਹੜਾ ਵਾ ਉਹ ਪ੍ਰੈਜ਼ੈਂਟ 'ਚ ਆਊਗਾ, ਪਰ 2015 ਵਾਲਾ ਸਰਵੇ ਪਾਸਟ ਵਿੱਚ ਆਊਗਾ ਕਿਉਂਕਿ ਉਸ ਤੋਂ ਬਾਅਦ ਇੱਕ ਹੋਰ ਸਰਵੇ ਕਰ ਦਿੱਤਾ ਗਿਆ। ਸੋ ਸਰਵੇਜ਼ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਆਉਗੇ। ਸੋ ਇੱਥੇ ਮੁਹੰਮਦ ਜੀ ਦਾ ਇੱਕ ਹੋਰ ਕਮੈਂਟ ਆ, ਪਲੀਜ਼ ਮੇਕ ਅ ਵੀਡੀਓ ਔਨ ਪਾਈ ਚਾਰਟ ਓਵਰਆਲ ਇੰਟਰੋ ਐਂਡ देयर ਕਨੈਕਟਰਸ ਐਜ਼ ਵੈਲ। ਇਸ ਨੂੰ ਬੜੇ ਧਿਆਨ ਨਾਲ ਸਮਝੋ। ਵੇਖੋ, ਕੋਈ ਵੀ ਟਾਸਕ 1 ਦਾ ਚਾਰਟ ਵਾ, ਭਾਵੇਂ ਉਹ ਬਾਰ ਗ੍ਰਾਫ ਹੋਵੇ, ਲਾਈਨ ਗ੍ਰਾਫ ਹੋਵੇ, ਟੇਬਲ ਚਾਰਟ ਹੋਵੇ, ਪਾਈ ਚਾਰਟ ਹੋਵੇ, ਇਹ ਚਾਰਟਸ ਅਲੱਗ-ਅਲੱਗ ਦਿਖਦੇ ਆ ਪਰ ਹੁੰਦੇ ਸਾਰੇ ਸੇਮ ਆ। ਰੀਜ਼ਨ ਮੀਨ ਕਿ ਇਹ ਸਿਰਫ ਡੇਟਾ ਰਿਪਰੈਜ਼ੈਂਟੇਸ਼ਨ ਦਾ ਤਰੀਕਾ, ਠੀਕ ਹੈ। ਸੋ ਜੇ ਮੰਨ ਲਓ ਕੋਈ ਚੀਜ਼ ਜਿਹੜੀ ਆ 20 ਤੋਂ ਵੱਧ ਕੇ 50 ਤੇ ਜਾ ਰਹੀ ਹੈ ਤੇ ਉਹ ਭਾਵੇਂ ਬਾਰ ਗ੍ਰਾਫ ਦੇ ਵਿੱਚ ਜਾਵੇ, ਭਾਵੇਂ ਲਾਈਨ ਗ੍ਰਾਫ 'ਚ ਜਾਵੇ ਤੇ ਭਾਵੇਂ ਟੇਬਲ ਚਾਰਟ ਜਾਵੇ, ਉਹਨੂੰ ਤੁਸੀਂ ਲਿਖੋਗੇ ਉਹੀ ਇਟ ਇਨਕਰੀਜ਼ਡ ਫਰੋਮ 20 ਟੂ 50। ਸੋ ਇਹ ਜਿਹੜੀ ਤੁਹਾਡੇ ਮਨ 'ਚ ਕਨਫਿਊਜ਼ਨ ਵਾ ਨਾ ਕਿ ਪਾਈ ਚਾਰਟ ਕਿਵੇਂ ਤੇ ਬਾਰ ਗ੍ਰਾਫ ਕਿਵੇਂ ਤੇ ਟੇਬਲ ਚਾਰਟ ਕਿਵੇਂ ਲਿਖਣਾ ਵਾ, ਇਹਨੂੰ ਕਲੀਅਰ ਕਰ, ਠੀਕ ਹੈ। ਸਾਰੇ ਚਾਰਟਸ ਇੱਕੋ ਤਰੀਕੇ ਨਾਲ ਲਿਖਦੇ ਆ। ਜਿਹੜੇ ਵੀ ਕਨੈਕਟਰਸ ਤੁਸੀਂ ਬਾਰ ਗ੍ਰਾਫ ਯੂਜ਼ ਕਰਦੇ ਹੋ ਉਹਨੂੰ ਤੁਸੀਂ ਪਾਈ ਚਾਰਟ ਦੇ ਵਿੱਚ ਯੂਜ਼ ਕਰ ਸਕਦੇ ਜੀ, ਉਹਨੂੰ ਤੁਸੀਂ ਟੇਬਲ ਚਾਰਟ 'ਚ ਯੂਜ਼ ਕਰਦੇ ਹੋ, ਉਹਨੂੰ ਲਾਈਨ ਗ੍ਰਾਫ 'ਚ ਵੀ ਯੂਜ਼ ਕਰ ਸਕਦੇ ਜੀ, ਠੀਕ ਹੈ। ਇਹਦੇ ਉੱਤੇ ਡੀਟੇਲ ਦੇ ਵਿੱਚ ਮੈਂ ਇੱਕ ਵੀਡੀਓ ਜ਼ਰੂਰ ਬਣਾਉਂਗਾ। ਜਸ਼ਨ ਜੀ ਦਾ ਕਮੈਂਟ ਹੈ, ਸਰ ਇੱਕ ਪਰਟੀਕੂਲਰ ਸਟੱਡੀ ਦੱਸ ਦਿਓ ਫॉर 1 ਮੰਥ। ਸੋ ਵੇਖੋ, ਮੈਂ ਨਾ ਬਹੁਤ ਜ਼ਿਆਦਾ ਵੱਡਾ ਐਡਵੋਕੇਟ ਹੈਗਾ ਮੈਂ ਇਸ ਚੀਜ਼ ਦਾ ਕਿ ਜਦੋਂ ਤੁਸੀਂ ਪੜ੍ਹਾਈ ਕਰਨੀ, ਜਦੋਂ ਤੁਸੀਂ ਆਇਲਸ ਕਰਨੀ ਆ, ਤੁਸੀਂ ਆਇਲਸ ਵਾਲੀ ਚੀਜ਼ਾਂ ਉੱਤੇ ਫੋਕਸ ਤੋਂ ਜ਼ਿਆਦਾ ਐਡੀਸ਼ਨਲ ਇੰਗਲਿਸ਼ ਦੀਆਂ ਚੀਜ਼ਾਂ ਉੱਤੇ ਫੋਕਸ ਕਰਨਾ ਜ਼ਰੂਰੀ ਹੈ। ਬੇਸਿਕਲੀ ਮੈਂ ਤੁਹਾਨੂੰ ਸਮਝਾਉਂਦਾ, ਇਹ ਮੇਰਾ ਮੰਨਣਾ ਵਾ ਤੇ ਇਹਦੇ ਬੇਸ ਦੇ ਉੱਤੇ ਮੈਂ ਆਪਣੀ ਸਟੱਡੀ ਪਲਾਨ ਮੈਂ ਕੀਤਾ ਸੀ। ਆਪਣੇ ਕੋਲ ਦੋ ਚੀਜ਼ਾਂ ਵਾ, ਇੱਕ ਵਾ ਇਨਪੁਟ ਤੇ ਇੱਕ ਵਾ ਆਊਟਪੁੱਟ। ਸੋ ਜਿਹੜੇ 4 ਮੋਡਿਊਲਸ ਆਪਣੇ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, ਇਹ 2 ਇਨਪੁਟ ਚਲੇ ਜਾਂਦੇ ਆ। ਇਨਪੁਟ ਮਤਲਬ ਜਿਹਦੇ ਨਾਲ ਆਪਾਂ ਨੂੰ ਇਨਫੋਰਮੇਸ਼ਨ ਅੰਦਰ ਮਿਲਦੀ ਹੈ। ਫੋਰ ਐਗਜ਼ਾਮਪਲ ਲਿਸਨਿੰਗ ਤੇ ਰੀਡਿੰਗ, ਇਹ 2 ਇਹੋ ਜਿਹੀ ਚੀਜ਼ਾਂ ਵਾ ਜਿਹਦੇ ਨਾਲ ਆਪਾਂ ਇਨਫੋਰਮੇਸ਼ਨ ਇਨਟੇਕ ਕਰਦੇ ਆ। ਇਨਪੁਟ ਹੁੰਦੀ ਆ ਆਫ ਇਨਫੋਰਮੇਸ਼ਨ, ਤੇ 2 ਹੁੰਦੀਆਂ ਆਊਟਪੁੱਟ, ਜਿਵੇਂ ਸਪੀਕਿੰਗ ਤੇ ਰਾਈਟਿੰਗ। ਇਹਦੇ ਵਿੱਚ ਆਪਾਂ ਨੂੰ ਆਈਡੀਆਜ਼ ਜਨਰੇਟ ਕਰਨੇ ਪੈਂਦੇ, ਆਪਾਂ ਨੂੰ ਇਨਫੋਰਮੇਸ਼ਨ ਬਾਹਰ ਥਰੋ ਕਰਨੀ ਪੈਂਦੀ ਹੈ। ਸੋ ਤੁਸੀਂ ਬੇਸਿਕਲੀ ਕੀ ਕਰਨਾ ਵਾ, ਤੁਸੀਂ ਇਨਪੁਟ ਇਨਕਰੀਜ਼ ਕਰਨੀ ਹੈ ਆਪਣੀ। ਜੇ ਤੁਹਾਡੇ ਮਾਈਂਡ ਦੇ ਅੰਦਰ ਨਵੇਂ ਆਈਡੀਆਜ਼ ਨਹੀਂ ਜਾਊਗੇ ਤੇ ਤੁਸੀਂ ਉਹਨਾਂ ਨੂੰ ਬੋਲ ਵੀ ਨਹੀਂ ਪਾਓਗੇ, ਲਿਖ ਵੀ ਨਹੀਂ ਪਾਓਗੇ। ਸੋ ਤੁਸੀਂ ਸਟੱਡੀ ਪਲਾਨ ਕੀ ਰੱਖੋ ਆਪਣਾ। ਮੇਰੇ ਲਈ ਇੱਕ ਬੇਸਿਕ ਸਟੱਡੀ ਪਲਾਨ ਤੁਹਾਡਾ ਕੀ ਹੋਣਾ ਚਾਹੀਦਾ ਵਾ, ਤੁਸੀਂ ਰੋਜ਼ 2 ਟਾਸਕ ਲਿਖੋ, ਉਹਨਾਂ ਨੂੰ ਆਪਣੇ ਟੀਚਰਸ ਤੋਂ ਚੈੱਕ ਕਰਵਾਓ, ਠੀਕ ਹੈ। ਇੱਕ ਰੀਡਿੰਗ ਦੀ ਪ੍ਰੈਕਟਿਸ ਕਰੋ ਰੋਜ਼, ਇੱਕ ਆਰ ਰਾਈਟਿੰਗ, ਇੱਕ ਆਰ ਰੀਡਿੰਗ ਹੋਗੀ। ਹਾਫ ਐਨ ਆਰ ਜਿਹੜਾ ਵਾ ਤੁਸੀਂ ਕਿਊ ਕਾਰਡਸ ਦੀ ਪ੍ਰੈਕਟਿਸ ਕਰੋ। ਕਿਊ ਕਾਰਡਸ ਦੀ ਪ੍ਰੈਕਟਿਸ ਕਿਵੇਂ ਕਰਨੀ ਹੈ, ਕਿਊ ਕਾਰਡਸ ਨੂੰ ਮਿਰਰ ਅੱਗੇ ਖੜੇ ਹੋ ਕੇ ਬੋਲਣ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੋਣਾ। ਕੀ ਕਰੋ, ਜਿਵੇਂ ਮੰਨ ਲਓ ਕਿ ਤੁਹਾਡੀ ਸੈਕਿੰਡ ਫਾਰਮ ਦੀ ਗਲਤੀ ਹੈ ਕਿਊ ਕਾਰਡ ਦੇ ਵਿੱਚ,
ਤੁਸੀਂ ਇੱਕ ਕਿਊ ਕਾਰਡ ਲਓ, ਉਹਨੂੰ 1 ਮਿੰਟ ਪ੍ਰਿਪੇਅਰ ਕਰੋ ਤੇ 2 ਮਿੰਟ ਬੋਲ ਕੇ ਰਿਕਾਰਡ ਕਰੋ। ਫਿਰ ਆਪਣੀ ਰਿਕਾਰਡਿੰਗ ਨੂੰ ਸੁਣੋ ਤੇ ਆਪਣੀਆਂ ਗਲਤੀਆਂ ਕੱਢਣ ਦੀ ਕੋਸ਼ਿਸ਼ ਕਰੋ। ਮੰਨ ਲਓ ਤੁਹਾਡੀਆਂ 5 ਗਲਤੀਆਂ ਨਿਕਲ ਆਈਆਂ ਉਹਦੇ ਵਿੱਚੋਂ, ਉਸੇ ਕਿਊ ਕਾਰਡ ਨੂੰ ਦੁਬਾਰਾ ਰਿਕਾਰਡ ਕਰੋ, ਪਰ ਇਸ ਵਾਰ ਕੋਸ਼ਿਸ਼ ਕਰੋ ਕਿ ਉਹ 5 ਗਲਤੀਆਂ ਨਾ ਹੋਣ। ਫਿਰ ਉਹਦੇ ਵਿੱਚ ਮੰਨ ਲਓ ਫਿਰ 3 ਗਲਤੀਆਂ ਹੋ ਗਈਆਂ, 2 ਸਹੀ ਹੋ ਗਈਆਂ, ਫਿਰ ਰਿਕਾਰਡ ਕਰੋ, ਕੋਸ਼ਿਸ਼ ਕਰੋ 3 ਵੀ ਨਾ ਹੋਣ। ਉਨੀ ਦੇਰ ਤੱਕ ਉਹਨੂੰ ਬਾਰ-ਬਾਰ ਰਿਕਾਰਡ ਕਰੀ ਜਾਓ ਜਿੰਨੇ ਤੱਕ ਉਹ ਕਿਊ ਕਾਰਡ ਪਰਫੈਕਟ ਨਾ ਹੋ ਜਾਏ, ਉਹਦੇ ਵਿੱਚ ਉਹ ਸਾਰੀਆਂ ਗਲਤੀਆਂ ਖਤਮ ਨਾ ਹੋ ਜਾਣ। ਬੇਸਿਕਲੀ ਗਲਤੀਆਂ ਕਿਉਂ ਹੁੰਦੀਆਂ? ਮੋਸਟ ਆਫ ਦ ਸਟੂਡੈਂਟਸ ਦੀ ਸਪੀਕਿੰਗ ਦੇ ਵਿੱਚ ਮਿਸਟੇਕ ਹੁੰਦੀ ਹੈ। ਜਿਵੇਂ ਮੰਨ ਲਓ ਉਹਨਾਂ ਨੇ ਵੈਂਟ ਦੀ ਜਗ੍ਹਾ ਗੋ ਬੋਲ ਦਿੱਤਾ, ਬੋਲਣਾ ਹੀ ਆਈ ਵੈਂਟ ਦੇਅਰ, ਬੋਲਤਾ ਆਈ ਗੋ ਦੇਅਰ। ਤੇ ਜਦੋਂ ਟੀਚਰ ਉਹਨਾਂ ਨੂੰ ਦੱਸਦਾ ਵਾ ਨਾ ਕਿ ਤੁਸੀਂ ਆਈ ਵੈਂਟ ਬੋਲਣਾ ਸੀ, ਤੇ ਸਟੂਡੈਂਟਸ ਕਰਦੇ ਉਹ ਹਾਂ ਸੱਚ ਸਹੀ ਗੱਲ ਹੈ, ਮੈਂ ਵੈਂਟ ਬੋਲਣਾ ਹੀ ਗੋ ਬੋਲਤਾ। ਮਤਲਬ ਤੁਹਾਨੂੰ ਪਤਾ ਵਾ ਕਿ ਸਹੀ ਕੀ ਚੀਜ਼ ਕੀ ਹੈ, ਪਰ ਫਿਰ ਵੀ ਆਪਾਂ ਗਲਤ ਬੋਲ ਰਹੇ। ਇਹਦਾ ਰੀਜ਼ਨ ਇਹ ਆ ਕਿ ਆਪਾਂ ਨੂੰ ਆਦਤ ਪੈ ਚੁੱਕੀ ਹੈ ਗਲਤ ਬੋਲਣ ਦੀ। ਸੋ ਜਿਹੜੀ ਆਦਤ ਵਾ ਉਹਨੂੰ ਢੀਠ ਹੋ ਕੇ ਬਾਰ-ਬਾਰ ਕਰੈਕਟ ਕਰਕੇ ਸੁਧਾਰਨਾ ਪੈਣਾ। ਸੋ ਰਿਕਾਰਡ ਕਰੋ, ਸੁਣੋ, ਰਿਕਾਰਡ ਕਰੋ, ਸੁਣੋ, ਜਿੰਨੇ ਤੱਕ ਉਹ ਕਿਊ ਕਾਰਡ ਪਰਫੈਕਟ ਨਹੀਂ ਹੁੰਦਾ। ਸੋ ਅੱਧਾ ਘੰਟਾ ਪ੍ਰੈਕਟਿਸ ਕਰੋ, ਅੱਧੇ ਘੰਟੇ ਜਿੰਨੇ ਕਿਊ ਕਾਰਡ ਹੋ ਜਾਣ। ਜੇ ਇੱਕ ਹੁੰਦਾ ਤੇ ਇੱਕ ਸਹੀ, ਜੇ 10 ਹੁੰਦੇ 10 ਸਹੀ। ਇਹਦੇ ਨਾਲ ਆਪਣੀ ਇਨਪੁਟ ਵਧਾਉਣ ਦੇ ਲਈ ਮੈਂ ਕੀ ਕਰਦਾ ਸੀ, ਰੋਜ਼ ਇੱਕ ਵਾਰ ਕੋਈ ਨਾ ਕੋਈ ਨੋਵਲ ਰੀਡ ਕਰੋ, ਕੋਈ ਵਧੀਆ ਸਟੋਰੀ ਹੋ ਜੇ, ਸੈਲਫ ਹੈਲਪ ਬੁੱਕਸ ਹੋ ਜਾਣ, ਜੋ ਤੁਹਾਨੂੰ ਪਸੰਦ ਆਵੇ। ਇੱਕ ਮੂਵੀ ਵੇਖੋ, ਕੋਈ ਨਾ ਕੋਈ ਸ਼ੋਅ ਸ਼ੁਰੂ ਕਰੋ, ਸਪੈਸ਼ਲੀ ਸਿਟਕॉम्स ਹੁੰਦੇ ਆ, ਸਿਚੁਏਸ਼ਨਲ ਕਾਮੇਡੀ। ਇਹਨਾਂ ਦਾ ਫਾਇਦਾ ਕੀ ਹੈ ਬੇਸਿਕਲੀ ਕਿ ਇਹਨਾਂ ਵਿੱਚ ਨਾ ਜਿਵੇਂ ਦੋਸਤ ਹੁੰਦੇ ਆ ਆਪਸ ਵਿੱਚ, ਸੋ ਦੋਸਤ ਜਿਹੋ ਜਿਹੀਆਂ ਗੱਲਾਂ ਕਰਦੇ ਆ ਤੁਹਾਨੂੰ ਉਹੋ ਜਿਹੀ ਵੋਕੈਬਲਰੀ ਮਿਲਣੀ ਸ਼ੁਰੂ ਹੁੰਦੀ ਹੈ ਰੀਅਲ ਲਾਈਫ ਨਾਲ ਰਿਲੇਟਡ। ਸੋ ਬੜੇ ਹੈਲਪਫੁਲ ਹੁੰਦੇ। ਤੇ ਨਾਲ ਮਿਊਜ਼ਿਕ ਸੁਣੋ। ਮਿਊਜ਼ਿਕ ਦੀ ਇੰਪੋਰਟੈਂਸ ਬਾਰੇ ਜੇ ਮੇਰੇ ਤੋਂ ਹੋਇਆ ਤੇ ਮੈਂ ਇੱਕ ਵੀਡੀਓ ਜ਼ਰੂਰ ਬਣਾਉਂਗਾ ਕਿ ਕਿਉਂ ਮਿਊਜ਼ਿਕ ਜਿਹੜਾ ਵਾ ਤੁਹਾਡੀ ਆਈਲਟਸ ਦੀ ਸਪੀਕਿੰਗ ਪ੍ਰੋਨਾਂਸੀਏਸ਼ਨ ਨੂੰ, ਲਾਈਕ ਆਪਾਂ ਜਿਵੇਂ ਕਹਿੰਦੇ ਨਾ ਗੋਰਿਆਂ ਵਾਂਗੂ ਬੋਲਣਾ, ਫੋਰਨਰਸ ਵਾਂਗੂ ਬੋਲਣਾ, ਉਹ ਸਭ ਮਿਊਜ਼ਿਕ ਦੀ ਮਦਦ ਨਾਲ ਹੋ ਸਕਦਾ। ਇਹਦੇ ਬਾਰੇ ਵੀ ਮੈਂ ਇੱਕ ਵੀਡੀਓ ਬਣਾਉਂਗਾ, ਕੋਸ਼ਿਸ਼ ਕਰੂੰਗਾ ਬਣਾਉਂ। ਇੱਕ ਕਮੈਂਟ ਆ ਬੜਾ ਜ਼ਰੂਰੀ ਕਿ ਧੰਨਵਾਦ ਜੀ, ਰਾਈਟਿੰਗ ਟਾਸਕ ਟੂ ਦੇ ਪੁਆਇੰਟ ਦੀ ਐਕਸਪਲੇਨੇਸ਼ਨ ਬਾਰੇ ਵੀਡੀਓ ਬਣਾਇਓ ਪਲੀਜ਼। ਕਿਸ ਹੱਦ ਤੱਕ ਐਕਸਪਲੇਨ ਕਰ ਸਕਦੇ ਆ, ਕਿੰਨੇ ਵਰਡਸ ਹੋਣੇ ਚਾਹੀਦੇ ਨੇ ਐਕਸਪਲੇਨ ਕਰਨ ਵਿੱਚ? ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ ਮਿਹਰ ਕਰੇ। ਸੋ ਵੇਖੋ ਬੇਸਿਕਲੀ ਆਪਾਂ ਨੂੰ ਆਈਡੀਪੀ, ਬ੍ਰਿਟਿਸ਼ ਕਾਉਂਸਲ ਜਾਂ ਫਿਰ ਕੈਂਬਰਿਜ ਹੋ ਜੇ, ਉਹਨਾਂ ਵੱਲੋਂ ਇੱਕ ਹੀ ਇੰਸਟਰਕਸ਼ਨ ਆਉਂਦੀ ਹੈ ਕਿ ਮਿਨੀਮਮ 250 ਵਰਡਸ ਆਪਾਂ ਨੂੰ ਜ਼ਰੂਰੀ, ਠੀਕ ਆ। ਮੈਕਸਿਮਮ ਕਿੰਨੇ ਹੋਣੇ ਚਾਹੀਦੇ, ਇਹਦੀ ਕੋਈ ਲਿਮਿਟ ਨਹੀਂ ਹੈਗੀ। ਮੈਂ ਆਪਣੇ ਐਗਜ਼ਾਮ ਦੇ ਵਿੱਚ 380 ਵਰਡਸ ਦਾ ਟਾਸਕ ਟੂ ਲਿਖ ਕੇ ਆਇਆ ਤੇ ਮੇਰੇ 7.5 ਸਕੋਰਸ ਆਏ ਰਾਈਟਿੰਗ ਦੇ ਵਿੱਚ। ਹੁਣ ਬੇਸਿਕਲੀ ਮੰਨ ਲਓ ਕਿ ਮੈਂ ਲਿਖਦਾ ਵਾ ਤੇ ਮੇਰਾ ਆਈਡੀਆ ਮੰਨ ਲਓ 80 ਵਰਡਸ ਤੱਕ ਚਲਾ ਗਿਆ। ਮੰਨ ਲਓ ਮੈਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਤੇ ਮੇਰਾ ਆਈਡੀਆ 80 ਵਰਡਸ ਤੱਕ ਚਲਾ ਗਿਆ, ਤੇ ਮੈਨੂੰ ਤੁਹਾਨੂੰ ਲੱਗਦਾ ਵਾ ਕਿ ਉਹਨੂੰ ਧੱਕੇ ਨਾਲ ਰਬ ਕਰ ਕਰਕੇ, ਕੰਜਸਟ ਕਰ ਕਰਕੇ ਉਹਨੂੰ 40 ਜਾਂ 60 ਵਰਡਸ ਤੱਕ ਲੈ ਕੇ ਆਉਣਾ ਚਾਹੀਦਾ, ਕਿ ਮੈਨੂੰ ਜਿਸ ਤਰ੍ਹਾਂ ਮੈਂ ਨੈਚੁਰਲੀ ਲਿਖਿਆ ਵਾ ਵਧੀਆ ਤਰੀਕੇ ਨਾਲ ਉਹਨੂੰ ਲੈਣ ਦੇਣਾ ਚਾਹੀਦਾ। ਤੁਸੀਂ ਵਰਡ ਲਿਮਿਟ ਦੀ ਟੈਨਸ਼ਨ ਨਾ ਲਓ, ਤੁਸੀਂ ਜਿੰਨਾ ਲਿਖ ਸਕਦੇ ਲਿਖੋ, ਮਿਨੀਮਮ 250 ਰੱਖੋ ਤੇ ਟਾਈਮ ਦੇ ਅੰਦਰ ਲਿਖੋ। 40 ਮਿੰਟਸ ਦੇ ਅੰਦਰ ਜੇ ਤੁਸੀਂ ਵਧੀਆ ਲਿਖ ਸਕਦੇ ਜੇ, ਵੈਲ ਡਨ। ਤੁਹਾਨੂੰ ਇਸ ਚੀਜ਼ ਦੀ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿ ਮੇਰੇ ਇੱਕ ਪੈਰਾਗ੍ਰਾਫ ਲੰਬਾ ਹੋ ਗਿਆ ਵਾ, ਦੂਸਰਾ ਛੋਟਾ ਹੋ ਗਿਆ, ਇੱਕ ਆਈਡੀਆ ਲੰਬਾ। ਵੈਲ ਐਕਸਪਲੇਨਡ ਆਈਡੀਆ ਹੋਣ, ਵਧੀਆ ਕਨੈਕਟਰਸ ਹੋਣ, ਵਧੀਆ ਆਈਡੀਆਜ਼ ਹੋਣ, ਵਧੀਆ ਵੋਕੈਬ ਹੋਵੇ, ਦੈਟ ਇਜ਼ ਮੋਰ ਦੈਨ ਇਨਫ। ਵਰਡਸ ਦੀ ਟੈਨਸ਼ਨ ਨਾ ਲਓ। ਹਰਜਿੰਦਰ ਜੀ ਦਾ ਕਮੈਂਟ ਆ, ਸਰ ਫਰੋਮ ਲਾਸਟ ਵਿੱਚ ਹਰ ਇੱਕ ਲਾਈਨ ਵਿੱਚ ਲੱਗਦਾ, ਪਲੀਜ਼ ਫਰੋਮ ਨੂੰ ਰਿਪਲੇਸ ਕਰ ਦਿਓ ਕਿਸੇ ਹੋਰ ਵਰਡ ਨਾਲ। ਇਹ ਟਾਸਕ 1 ਦੀ ਗੱਲ ਕਰਦੇ ਪਏ, ਜਿਵੇਂ ਟਾਸਕ 1 ਦੇ ਵਿੱਚ ਪੈਂਟ ਤੇ ਸਮਾਂ ਲਿਖਣ ਦਾ ਫਰੋਮ ਦਿਸ ਈਅਰ ਟੂ ਦਿਸ ਈਅਰ। ਵੈਸੇ ਤਾਂ ਤੁਸੀਂ ਫਰੋਮ ਟੂ ਨੂੰ ਬਿਟਵੀਨ ਐਂਡ ਦੇ ਨਾਲ ਰਿਪਲੇਸ ਕਰ ਸਕਦੇ ਜੇ, ਪਰ ਮੈਂ ਤੁਹਾਨੂੰ ਚਾਹੁੰਦਾ ਫਿਰ ਇੱਥੇ ਇੱਕ ਚੀਜ਼ ਸਮਝੋ, ਫਰੋਮ ਇੱਕ ਪ੍ਰੈਪੋਜੀਸ਼ਨ ਹੁੰਦੀ ਹੈ, ਜਿਵੇਂ ਟੂ, ਔਨ, ਇਨ, ਐਟ, ਔਨ, ਇਹੋ ਜਿਹੀ ਚੀਜ਼ਾਂ, ਫॉर, ਇਹੋ ਜਿਹੀ ਚੀਜ਼ਾਂ ਪ੍ਰੈਪੋਜੀਸ਼ਨ ਹੁੰਦੀਆਂ। ਪ੍ਰੈਪੋਜੀਸ਼ਨ ਦੀ ਕੋਈ ਸਿਨੋਨਿਮਸ ਨਹੀਂ ਹੁੰਦੇ। ਸੋ ਇਹਨਾਂ ਚੀਜ਼ਾਂ ਦੇ ਪਿੱਛੇ ਨਾ ਦੌੜੋ। ਇੱਕ ਵਾਰ ਇੱਕ ਮੇਰੇ ਕੋਲ ਸਟੂਡੈਂਟ ਆਇਆ, ਉਹ ਮੈਨੂੰ ਕਹਿੰਦਾ ਸਰ ਇਜ਼ ਦੀ ਜਗ੍ਹਾ ਤੇ ਕੀ ਲਿਖਾਂਗੇ? ਹੁਣ ਇਜ਼ ਦਾ ਸਿਨੋਨਿਮ ਕਿੱਥੋਂ ਲੱਭੀ? ਇੱਕ ਮੇਰੇ ਕੋਲ ਸਟੂਡੈਂਟ ਆਇਆ, ਕਹਿੰਦਾ ਸਰ ਹੀ ਬਾਰ-ਬਾਰ ਯੂਜ਼ ਹੁੰਦਾ ਵਾ, ਹੀ ਦੀ ਜਗ੍ਹਾ ਕੀ ਲਿਖੀਏ? ਉਹ ਹੀ ਆਲਰੇਡੀ ਕਿਸੇ ਹੋਰ ਦੀ ਜਗ੍ਹਾ ਤੇ ਲਿਖਣ ਲਈ ਬਣਾਇਆ ਗਿਆ ਵਾ, ਉਹ ਇੱਕ ਪ੍ਰੋਨਾਉਨ ਆ ਕਿ ਬਾਰ-ਬਾਰ ਆਪਾਂ ਨੂੰ, ਜਿਵੇਂ ਮੰਨ ਲਓ ਮੇਰਾ ਨਾਮ ਮਾਨਵ ਆ, ਬਾਰ-ਬਾਰ ਆਪਾਂ ਨੂੰ ਮਾਨਵ ਨਾ ਕਹਿਣਾ ਪਵੇ, ਪਰ ਬਾਰ-ਬਾਰ ਹੀ ਯੂਜ਼ ਕਰ ਸਕਦੇ। ਸੋ ਇਸ ਚੀਜ਼ ਦੇ ਵਿੱਚ ਨਾ ਭੱਜੋ, ਇਸ ਚੀਜ਼ ਦੇ ਵਿੱਚ ਨਾ ਦੌੜੋ। ਫਿਰ ਉਹੀ ਗੱਲ ਮੈਂ ਕਹੂੰਗਾ, ਆਪਣੇ ਸੈਂਟੈਂਸ ਸਟਰਕਚਰ ਵਧੀਆ ਰੱਖੋ, ਕਨੈਕਟਰਸ ਵਧੀਆ ਰੱਖੋ, ਤੁਹਾਡੇ ਬੈਂਡਸ ਆ ਜੂਗੇ ਵਧੀਆ। ਸੋ ਇੰਨੀ ਛੋਟੀ ਡੀਟੇਲਿੰਗਸ ਨਾ ਜਾਓ। ਫਰੋਮ ਇੱਕ ਪ੍ਰੈਪੋਜੀਸ਼ਨ ਹੈ, ਉਹਦਾ ਕੋਈ ਸਿਨੋਨਿਮ ਨਹੀਂ ਹੋ ਸਕਦਾ। ਸੋ ਜਿੱਥੇ ਫਰੋਮ ਲੱਗਣਾ ਉੱਥੇ ਫਰੋਮ ਹੀ ਲੱਗਣਾ। ਬਾਕੀ ਥੈਂਕ ਯੂ ਵੈਰੀ ਮਚ ਇਹਨਾਂ ਵੀਡੀਓਜ਼ ਨੂੰ ਵੇਖਣ ਲਈ। ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਪਲੀਜ਼ ਉਹਦੇ ਥੱਲੇ ਕਮੈਂਟ ਕਰਕੇ ਦੱਸਿਆ ਕਰੋ, ਤਾਂ ਕਿ ਮੈਂ ਉੱਤੇ ਵੀਡੀਓਜ਼ ਬਣਾ ਸਕਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਰਿਪਲਾਈ ਕਰਾਂ, ਉਹਨਾਂ ਦੇ ਆਨਸਰਸ ਲਿਖ ਦਵਾਂ ਕਮੈਂਟ ਸੈਕਸ਼ਨ ਦੇ ਵਿੱਚ ਹੀ। ਪਰ ਜੇ ਕਿਸੇ ਕੋਈ ਕਮੈਂਟ ਰਹਿ ਜਾਂਦੇ ਤਾਂ ਮੈਂ ਕੋਸ਼ਿਸ਼ ਕਰੂੰਗਾ ਇਹੋ ਜਿਹੀਆਂ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਕਵਰ ਕਰ ਸਕਾਂ। ਥੈਂਕ ਯੂ।